ਇਹ ਰੋਡ ਜਿਹੜੀ ਹੈ ਲੁਧਿਆਣਾ ਦੀ ਰਾਣੀ ਝਾਂਸੀ ਰੋਡ ਹੈ, ਖਾਲਸਾ ਕਾਲਜ ਫॉर ਗਰਲਸ ਤੇ ਇਸੇ ਰੋਡ ਤੇ ਇੱਕ ਕਹਾਣੀ ਵੀ ਖੜੀ ਹੈ ਜਿਹੜੀ ਲੋਕ ਆਮ ਤੌਰ ਤੇ ਉਸ ਨੂੰ ਨਜ਼ਰਅੰਦਾਜ਼ ਕਰਕੇ ਲੰਘ ਜਾਂਦੇ ਨੇ। ਉਹ ਕਹਾਣੀ ਹੈ 19 ਸਾਲਾ ਲੜਕੇ ਅਵਿਨਾਸ਼ ਦੀ, ਜਿਸ ਦੇ ਸਿਰ ਤੋਂ ਜਦੋਂ 5 ਮਹੀਨਿਆਂ ਦਾ ਸੀਗਾ ਉਦੋਂ ਬਾਪ ਦਾ ਸਾਇਆ ਹਟ ਜਾਂਦਾ ਅਤੇ ਮਾਂ ਨੇ ਉਸ ਨੂੰ ਮਿਹਨਤ ਕਰਕੇ ਪੜ੍ਹਾਇਆ ਲਿਖਾਇਆ ਵੱਡਾ ਕੀਤਾ ਤੇ ਜਦੋਂ ਹੁਣ ਸਿਰ ਦੇ ਉੱਤੇ ਸਾਰੀ ਘਰ ਦੀ ਜ਼ਿੰਮੇਵਾਰੀ ਪਈ ਤਾਂ 19 ਸਾਲਾਂ ਦਾ ਅਵਿਨਾਸ਼ ਅੱਜ ਇੱਥੇ ਕਾਲਜ ਦੇ ਬਾਹਰ ਨਿਊਟਰੀ ਕੁਲਚੇ ਦੀ ਰੇੜੀ ਲਗਾ ਰਿਹਾ, ਚਾਵਲ ਛੋਲਿਆਂ ਦੀ ਰੇੜੀ ਲਗਾ ਰਿਹਾ। ਸਿਰ ਤੇ ਤੁਹਾਡੇ ਬਾਪ ਦਾ ਸਾਇਆ ਨਹੀਂ ਹੈਗਾ, ਕਦੋਂ ਉਹਨਾਂ ਦੀ ਡੈਥ ਹੋ ਗਈ? 2002 ਦੇ ਅਰਾਊਂਡ ਹੋ ਗਈ ਸੀ ਡੈਥ ਉਹਨਾਂ ਦੀ। ਮੈਂ 5 ਮਹੀਨੇ 15 ਦਿਨ ਦਾ ਸੀਗਾ ਉਦੋਂ। ਹੋਇਆ ਕੀ ਸੀ ਉਹਨਾਂ ਨੂੰ? ਬ੍ਰੇਨ ਹੈਮਰੇਜ ਹੋ ਗਿਆ ਸੀ ਭਾਜੀ। ਤਾਂ ਕਿੱਦਾਂ ਦੀਆਂ ਔਂਕੜਾਂ ਦੇਖਣ ਨੂੰ ਮਿਲਦੀਆਂ, ਮੁਸ਼ਕਿਲਾਂ ਬਹੁਤ ਆਉਂਦੀਆਂ ਹੋਣਗੀਆਂ। ਬਾਰਿਸ਼ ਆ ਭਾਜੀ, ਹੁਣ ਤੁਸੀਂ ਦੇਖ ਲਓ ਛੱਤ ਤਾਂ ਹੈ ਨਹੀਂ ਸਿਰ ਤੇ, ਤਰਪਾਲ ਆ, ਕਦੇ ਇੱਥੋਂ ਪਾਣੀ ਚੁੰਦਾ ਕਦੇ ਉੱਥੇ ਪਾਣੀ ਚੁੰਦਾ ਵਾ। ਕਾਲਜ ਰੋਡ ਆ, ਥੋੜੀ ਫਲੈਟ ਬਣੀ ਹੋਈ ਆ ਤੇ ਜਦੋਂ ਜਿੱਦਾਂ ਮਤਲਬ ਮਾੜਾ ਜਿਹਾ ਵੀ ਮੀਂਹ ਪੈ ਜਾਵੇ ਤੇ ਭਰ ਜਾਂਦਾ, ਇੱਥੇ ਗੋਡੇ ਗੋਡੇ ਤੱਕ ਪਾਣੀ ਆ ਜਾਂਦਾ ਵਾ। ਉਥੋਂ ਵੀ ਕੰਮ ਸਾਨੂੰ ਬੰਦ ਕਰਨਾ ਪੈਂਦਾ ਵਾ। ਮੇਰੀ ਮੰਮੀ ਇੰਨਾ ਤਾਂ ਸੀਗੇ ਨਹੀਂ ਸੀਗੇ, ਤਿੰਨ ਪਾਲ ਲਵੇ ਤੇ ਉਹ ਦਿੱਲੀ ਚਲੀ ਗਈ ਸੀ ਤੇ ਉੱਥੇ ਜੌਬ ਕਰਦੀ ਸੀ ਤੇ ਉਹਨੇ ਮੇਰਾ ਖਰਚਾ ਚੱਕਿਆ ਹੋਇਆ ਸੀਗਾ। ਮੇਰੀ ਸਕੂਲ ਦਾ, ਮੇਰੀ ਪੜ੍ਹਾਈ ਲਿਖਾਈ ਦਾ ਸਾਰਾ ਖਰਚਾ ਉਹਨੇ ਚੱਕਿਆ ਸੀ ਤੇ ਘਰ ਦਾ ਮੰਮੀ ਚਲਾਉਂਦੇ ਸੀ। ਦਾ ਸੁਪਨਾ ਹੁੰਦਾ ਕਿ ਮੇਰੀ ਮਾਂ ਨੇ ਜੇ ਮਿਹਨਤ ਕਰਕੇ ਮੈਨੂੰ ਵੱਡਾ ਕੀਤਾ ਤਾਂ ਮੈਂ ਆਪਣੀ ਮਾਂ ਨੂੰ ਇਹ ਸੁੱਖ ਦੇਣਾ। ਮੇਰੀ ਭਾਜੀ ਜ਼ਿੰਦਗੀ 'ਚ ਮੈਂ ਦਿਲੀ ਗੱਲ ਆ ਕਿ ਮੇਰੀ ਜ਼ਿੰਦਗੀ 'ਚ ਇੱਕ ਹੀ ਆ, ਮੇਰੇ ਜ਼ਿੰਦਗੀ 'ਚ ਕਿਸੇ ਚੀਜ਼ ਦੀ ਕਮੀ ਰਵੇ ਨਾ ਰਵੇ, ਮੈਂ ਆਪਣੇ ਘਰਦਿਆਂ ਨੂੰ ਪੈਸੇ ਦੀ ਕਮੀ ਨਹੀਂ ਹੋਣ ਦੇਣੀ ਕਦੇ। ਚਾਹੇ ਕੰਮ ਮੈਂ ਜਿੰਨਾ ਮਰਜ਼ੀ ਕਰਨਾ ਪੈ ਜਾਵੇ ਮੈਨੂੰ, ਮੈਂ ਪੈਸੇ ਦੀ ਕਮੀ ਨਹੀਂ ਹੋਣ ਦੇਣੀ। ਰਿਸ਼ਤੇਦਾਰਾਂ ਦੀ ਗੱਲ ਚੁੱਭੀ ਹੋਵੇ, ਕਿਉਂਕਿ ਰਿਸ਼ਤੇਦਾਰ ਆਮ ਤੌਰ ਤੇ ਕੋਈ ਨਾ ਕੋਈ ਟੌਂਚਬਾਜੀ ਕਰਦੇ ਰਹਿੰਦੇ ਨੇ, ਕਦੀ ਕੋਈ ਚੁੱਭੀ ਹੋਵੇ ਉਦਾਂ ਦੀ ਰਿਸ਼ਤੇਦਾਰ? ਭਾਜੀ ਜਦ ਮੈਂ ਕੰਮ ਨਹੀਂ ਕਰਦਾ ਸੀ ਮੈਨੂੰ ਸਾਰੇ ਹੀ ਬੋਲਦੇ ਸੀ ਕਿ ਤੂੰ ਇੱਦਾਂ ਕਰ, ਬਾਹਰ ਚੱਲ ਜਾ, ਉੱਥੇ ਫਲਸ਼ ਧੋ ਲਈ, ਉਹਦਾ ਕੰਮ ਕਰ ਲਈ। ਤੇ ਉਹ ਵੀ ਗੱਲਾਂ ਚੁੱਭੀਆਂ ਬਹੁਤ, ਪਰ ਮੈਂ ਬੋਲਿਆ ਨਹੀਂ, ਮੈਂ ਜਵਾਬ ਦਿੱਤਾ ਹੀ ਨਹੀਂ ਕਿਸੇ ਗੱਲ ਦਾ, ਕਿਉਂਕਿ ਮੈਨੂੰ ਪਤਾ ਹਲੇ ਮੈਂ ਕਿਸੇ ਜੋਗਾ ਨਹੀਂ। ਤੁਹਾਡਾ ਕੀ ਸੁਪਨਾ ਸੀਗਾ ਵੀ ਵੱਡੇ ਹੋ ਕੇ ਕੀ ਬਣਨਾ? ਮੈਂ ਭਾਜੀ ਪ੍ਰੋਫੈਸ਼ਨਲ ਫੈਸ਼ਨ ਫੋਟੋਗ੍ਰਾਫਰ ਬਣਨਾ ਚਾਹੁੰਦਾ ਸੀ ਤੇ ਹੁਣੇ ਵੀ ਜਾ ਰਹੀ ਆ। ਇਹੀ ਆ, ਜੇ ਮੈਂ ਕੰਮ ਕੱਲ ਨੂੰ ਅੱਗੇ ਵਧਾਂਗਾ ਵੀ ਤਾਂ ਮੈਂ ਕੰਮ ਇੱਥੇ ਕਰਾਂਗਾ, ਜ਼ਰੂਰ ਕਰਾਂਗਾ ਤੇ ਕਰਦਾ ਹੀ ਰਵਾਂਗਾ, ਕਿਉਂਕਿ ਹੁਣ ਕੰਮ ਦਿਲ ਦੇ ਕਰੀਬ ਆ ਬੜਾ। ਹੁਣ ਇੰਨਾ ਪਿਆਰ ਮਿਲਦਾ, ਲੋਕਾਂ ਦਾ ਆਉਂਦੇ ਆ ਇੱਥੇ, ਮਤਲਬ ਜੋ ਜਿੱਦਾਂ ਮੇਰਾ ਸਮਾਨ ਖਾਂਦੇ ਆ ਤਾਂ ਮੈਨੂੰ ਖੁਸ਼ੀ ਬੜੀ ਹੁੰਦੀ ਆ ਤੇ ਮੈਨੂੰ ਐਪਰੀਸ਼ੀਏਟ ਕਰਕੇ ਜਾਂਦੇ ਆ ਲੋਕੀ। ਕਮਾਈ ਕਰ ਲੈਂਦੇ ਹੋ? ਮੇਰਾ ਭਾਜੀ ਤੁਸੀਂ ਦੇਖ ਲਓ 1500 2000 'ਚ ਇੱਦਾਂ ਰੋਜ਼ ਡੇਲੀ ਦੀ ਸੇਲ ਹੋ ਜਾਂਦੀ ਆ ਤੇ ਖਰਚਾ ਖੁਰਚਾ ਕੱਢ ਕੇ 500-600 ਰੁਪਏ ਬਚਦਾ ਸਾਰਾ ਮੈਨੂੰ। ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ, ਮਜਬੂਰੀ ਦੇ ਵਿੱਚ ਬੰਦੇ ਨੂੰ ਬਹੁਤ ਕੁਝ ਕਰਨਾ ਪੈਂਦਾ। ਜਦੋਂ ਹਾਲਾਤ ਘਰ ਦੇ ਅਜਿਹੇ ਹੋਣ ਕਿ ਰੋਟੀ ਚਲਾਣੀ ਘਰ ਦੀ ਔਖੀ ਹੋਵੇ ਤਾਂ ਬੰਦਾ ਕੋਈ ਵੀ ਕੰਮ ਕਰਨ ਲਈ ਤਿਆਰ ਹੁੰਦਾ ਤੇ ਕੋਈ ਵੀ ਉਮਰ ਜਿਹੜੀ ਹੋਵੇ ਬੰਦੇ ਦੀ ਉਸ ਨੂੰ ਕੰਮ ਕਰਨ ਤੇ ਮਜਬੂਰ ਕਰ ਦਿੰਦੀ ਹੈ, ਕਿਉਂਕਿ ਘਰ ਦੀ ਰੋਟੀ ਵੀ ਚਲਾਣੀ ਹੁੰਦੀ ਹੈ। ਅਤੇ ਜਿਸ ਬੱਚੇ ਦੇ ਸਿਰ ਤੇ ਬਾਪ ਦਾ ਸਾਇਆ ਵੀ ਨਾ ਹੋਵੇ ਉਸ ਲਈ ਤਾਂ ਜ਼ਿੰਦਗੀ ਹੋਰ ਮੁਸ਼ਕਿਲਾਂ ਭਰੀ ਹੋ ਜਾਂਦੀ ਹੈ, ਕਿਉਂਕਿ ਉਸਨੇ ਆਪਣੇ ਪਰਿਵਾਰ ਨੂੰ ਵੀ ਪਾਲਣ ਦੀ ਉਸ ਦੇ ਸਿਰ ਤੇ ਜ਼ਿੰਮੇਵਾਰੀ ਆ ਜਾਂਦੀ ਹੈ। ਅਜਿਹੀ ਇੱਕ ਕਹਾਣੀ ਲੁਧਿਆਣਾ ਦੇ ਨੌਜਵਾਨ ਦੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ, ਜੋ ਲੁਧਿਆਣਾ ਦੀ ਤੁਸੀਂ ਆਹ ਰੋਡ ਨੂੰ ਤਾਂ ਜਾਣਦੇ ਹੋਵੋਗੇ। ਇਹ ਰੋਡ ਜਿਹੜੀ ਹੈ ਲੁਧਿਆਣਾ ਦੀ ਰਾਣੀ ਝਾਂਸੀ ਰੋਡ ਹੈ, ਖਾਲਸਾ ਕਾਲਜ ਫॉर ਗਰਲਸ। ਇਹ ਹਰੇਕ ਰੋਡ ਹਰੇਕ ਕਿਸੇ ਨੂੰ ਪਤਾ ਹੋਣੀ ਹੈ, ਸਿਵਲ ਲਾਈਨ ਦੇ ਵਿੱਚ ਉਸੇ ਰੋਡ ਤੇ ਲੰਘਦੇ ਅਸੀਂ ਜ਼ਰੂਰ ਹੁੰਨੇ ਆ ਰੋਜ਼ ਇਸ ਰੋਡ ਤੋਂ, ਪਰ ਹਰੇਕ ਰੋਡ ਦੀ ਇੱਕ ਕਹਾਣੀ ਹੁੰਦੀ ਹੈ ਤੇ ਇਸੇ ਰੋਡ ਤੇ ਇੱਕ ਕਹਾਣੀ ਵੀ ਖੜੀ ਹੈ ਜਿਹੜੀ ਲੋਕ ਆਮ ਤੌਰ ਤੇ ਉਸ ਨੂੰ ਨਜ਼ਰਅੰਦਾਜ਼ ਕਰਕੇ ਲੰਘ ਜਾਂਦੇ ਨੇ। ਉਹ ਕਹਾਣੀ ਹੈ 19 ਸਾਲਾ ਲੜਕੇ ਅਵਿਨਾਸ਼ ਦੀ, ਜਿਸ ਦੇ ਸਿਰ ਤੋਂ ਜਦੋਂ 5 ਮਹੀਨਿਆਂ ਦਾ ਸੀਗਾ ਉਦੋਂ ਬਾਪ ਦਾ ਸਾਇਆ ਹਟ ਜਾਂਦਾ ਅਤੇ ਮਾਂ ਨੇ ਉਸ ਨੂੰ ਮਿਹਨਤ ਕਰਕੇ ਪੜ੍ਹਾਇਆ ਲਿਖਾਇਆ ਵੱਡਾ ਕੀਤਾ ਤੇ ਜਦੋਂ ਹੁਣ ਸਿਰ ਦੇ ਉੱਤੇ ਸਾਰੀ ਘਰ ਦੀ ਜ਼ਿੰਮੇਵਾਰੀ ਪਈ ਤਾਂ 19 ਸਾਲਾਂ ਦਾ ਅਵਿਨਾਸ਼ ਅੱਜ ਇੱਥੇ ਕਾਲਜ ਦੇ ਬਾਹਰ ਨਿਊਟਰੀ ਕੁਲਚੇ ਦੀ ਰੇੜੀ ਲਗਾ ਰਿਹਾ, ਚਾਵਲ ਛੋਲਿਆਂ ਦੀ ਰੇੜੀ ਲਗਾ ਰਿਹਾ, ਕਿਉਂਕਿ ਆਪਣੇ ਵੀ ਕੁਝ ਉਸਦੇ ਸੁਪਨੇ ਨੇ। ਹਰੇਕ ਨੌਜਵਾਨ ਦੇ ਸੁਪਨੇ ਹੁੰਦੇ ਨੇ ਤੇ ਉਹ ਸੁਪਨੇ ਪੂਰੇ ਕਰਨ ਦੇ ਲਈ ਵਾਜਬ ਹੈ ਕਿ ਪੈਸਿਆਂ ਦੀ ਲੋੜ ਹੁੰਦੀ ਹੈ ਤੇ ਕਈ ਜਿਨ੍ਹਾਂ ਦੇ ਸਿਰ ਤੇ ਉਹਨਾਂ ਦੇ ਬਾਪ ਦਾ ਸਾਇਆ ਹੁੰਦਾ ਉਹ ਅੱਗੇ ਲੰਘ ਜਾਂਦੇ ਨੇ, ਪਰ ਜਿਨ੍ਹਾਂ ਦੇ ਸਿਰ ਤੇ ਬਾਪ ਦਾ ਸਾਇਆ ਨਹੀਂ ਹੁੰਦਾ ਉਹ ਮਿਹਨਤ ਕਰਕੇ ਕੁਝ ਕਰਨਾ ਚਾਹੁੰਦੇ ਹੁੰਦੇ ਨੇ, ਆਪਣੇ ਆਪ ਨੂੰ ਬਣਾਉਣਾ ਚਾਹੁੰਦੇ ਹੁੰਦੇ ਨੇ ਤੇ ਇੱਥੇ ਰੇੜੀ ਲਗਾਈ ਹੈ। ਅਵਿਨਾਸ਼, ਕਿੰਨੀ ਦੇਰ ਤੋਂ ਯਾਰ ਰੇੜੀ ਲਗਾ ਰਹੇ ਹੋ ਤੁਸੀਂ ਇੱਥੇ? 4 ਮਹੀਨੇ ਦਾ ਭਾਜੀ, 3-4 ਮਹੀਨੇ। ਤੁਹਾਡੀ ਉਮਰ ਕਿੰਨੀ ਹੈ? 19। ਤੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਤੁਹਾਡੇ ਸਿਰ ਤੇ ਤੁਹਾਡੇ ਬਾਪ ਦਾ ਸਾਇਆ ਨਹੀਂ ਹੈਗਾ, ਕਦੋਂ ਉਹਨਾਂ ਦੀ ਡੈਥ ਹੋ ਗਈ?
2002 ਦੇ ਅਰਾਊਂਡ ਹੋ ਗਈ ਸੀ ਡੈਥ ਉਹਨਾਂ ਦੀ। ਮੈਂ 5 ਮਹੀਨੇ 15 ਦਿਨ ਦਾ ਸੀਗਾ ਉਦੋਂ। ਹੋਇਆ ਕੀ ਸੀ ਉਹਨਾਂ ਨੂੰ? ਬ੍ਰੇਨ ਹੈਮਰੇਜ ਹੋ ਗਿਆ ਸੀ ਭਾਜੀ, ਤੇ ਪੌੜੀਆਂ ਤੋਂ ਡਿੱਗਣ ਕਰਕੇ ਉਹਨਾਂ ਦੀ ਡੈਥ ਹੋ ਗਈ ਸੀ। ਡਰੰਕਰ ਸੀਗੇ, ਉਹਦਾ ਕਰਕੇ ਸਲਿੱਪ ਹੋ ਗਏ ਤੇ ਡੈਥ ਹੋ ਗਈ ਉਹਨਾਂ ਦੀ। ਤੇ ਪਰਿਵਾਰ 'ਚ ਕੌਣ ਕੌਣ ਆ? ਮੈਂ ਤੇ ਮੇਰੀ ਮੰਮੀ ਨੇ ਤੇ ਮੇਰੀ 2 ਸਿਸਟਰਸ। ਹੁਣ ਇਹ 19 ਸਾਲ ਤੁਹਾਡੀ ਉਮਰ ਹੈ, ਚਲੋ ਤੁਸੀਂ ਹੁਣ ਇੱਥੇ ਆ ਕੇ ਰੇਹੜੀ ਲਗਾਈ ਹੈ। ਪਹਿਲਾਂ ਕਿਸ ਤਰ੍ਹਾਂ, ਜਦੋਂ ਪਿਤਾ ਜੀ ਦਾ ਸਿਰ ਤੇ ਸਾਇਆ ਨਹੀਂ ਰਿਹਾ, ਕਿਸ ਤਰ੍ਹਾਂ ਘਰ ਚੱਲਿਆ ਤੁਹਾਡਾ? ਮੇਰੀ ਮੰਮੀ ਤੇ ਮੇਰੀ ਭੈਣ ਨੇ ਮੇਰਾ ਸਾਡਾ ਘਰ ਚਲਾਇਆ। ਮਤਲਬ ਮੰਮੀ ਟੇਲਰ ਸੀਗੇ, ਉਹਨਾਂ ਸਲਵਾਰ ਸੀਂਦੇ ਸੀ ਤੇ ਡੈਡੀ ਤਾਂ ਚਲੇ ਗਏ ਸੀਗੇ। ਤੇ ਨਾਨਾ ਜੀ ਮੇਰੇ ਸੀਗੇ, ਵਿਜੇ ਨਾਨਾ ਜੀ, ਉਹ ਮੇਰੀ ਭੈਣ ਨੂੰ ਦਿੱਲੀ ਲੈ ਗਏ ਸੀਗੇ ਕਿ ਹੁਣ ਮੇਰੀ ਮੰਮੀ ਇੰਨਾ ਤਾਂ ਸੀਗੇ ਨਹੀਂ ਸੀਗੇ, ਤਿੰਨ ਬੱਚੇ ਕਰ ਲਵੇ, ਪਾਲ ਲਵੇ, ਤੇ ਉਹ ਦਿੱਲੀ ਚਲੀ ਗਈ ਸੀ ਤੇ ਉੱਥੇ ਜੌਬ ਕਰਦੀ ਸੀ। ਤੇ ਉਹਨੇ ਮੇਰਾ ਖਰਚਾ ਚੱਕਿਆ ਹੋਇਆ ਸੀਗਾ, ਮੇਰੀ ਸਕੂਲ ਦਾ, ਮੇਰੀ ਪੜ੍ਹਾਈ ਲਿਖਾਈ ਦਾ ਸਾਰਾ ਖਰਚਾ ਉਹਨੇ ਚੱਕਿਆ ਸੀ ਤੇ ਘਰ ਦਾ ਮੰਮੀ ਚਲਾਉਂਦੇ ਸੀ। ਕੀ ਹੁਣ ਇਸ ਟਾਈਮ ਪੜ੍ਹ ਰਹੇ ਹੋ ਕਿ ਨਹੀਂ? ਹਾਂਜੀ, ਮੈਂ ਪੜ੍ਹ ਵੀ ਰਿਹਾ ਜੀ, ਤੇ ਆਪਣਾ ਪ੍ਰੋਫੈਸ਼ਨ ਕੀ ਕਹਿ ਰਹੇ ਹਾਂ, ਮੈਂ ਪ੍ਰੋਫੈਸ਼ਨ ਵੀ ਫੋਲੋ ਕਰ ਰਿਹਾ ਆਪਣਾ। ਕਿਹੜੀ ਪੜ੍ਹਾਈ ਕਰ ਰਹੇ ਹੋ, ਕਿਹੜੀ ਕਲਾਸ? ਮੈਂ 12th ਹਾਂ, ਪਰਸੂਇੰਗ 12th। ਜਿਸ ਤਰ੍ਹਾਂ ਹਰੇਕ ਕਿਸੇ ਨਾ ਕਿਸੇ ਦੇ ਸੁਪਨੇ ਹੁੰਦੇ, ਜਦੋਂ ਸਕੂਲ 'ਚ ਆਪਾਂ ਜਾਂਦੇ ਆ, ਹਰੇਕ ਬੱਚਾ ਕੋਈ ਸੁਪਨੇ ਦੇਖਦਾ ਕਿ ਮੈਂ ਵੱਡੇ ਹੋ ਕੇ ਇਹ ਬਣਨਾ, ਪਰ ਮਜਬੂਰੀ ਕਾਰਨ ਉਹ ਸੁਪਨੇ ਥੋੜੇ ਦਬਾਉਣੇ ਪੈਂਦੇ ਨੇ। ਤੁਹਾਡਾ ਕੀ ਸੁਪਨਾ ਸੀਗਾ ਵੀ ਵੱਡੇ ਹੋ ਕੇ ਕੀ ਬਣਨਾ? ਮੈਂ ਭਾਜੀ ਪ੍ਰੋਫੈਸ਼ਨਲ ਫੈਸ਼ਨ ਫੋਟੋਗ੍ਰਾਫਰ ਬਣਨਾ ਚਾਹੁੰਦਾ ਸੀ ਤੇ ਹੁਣੇ ਵੀ ਜਾਰੀ ਆ, ਬਣਾਂਗੇ, ਜ਼ਰੂਰ ਬਣਾਂਗੇ। ਹੁਣ ਬਸ ਥੋੜਾ ਜਿਹਾ ਕੰਮ ਹੈ, ਸਟੇਬਲ ਹੋ ਜਾਊਗਾ ਤੇ ਮੈਂ ਕਰ ਰਿਹਾ ਉਹਦੇ ਨਾਲ, ਉਹ ਵੀ ਕੰਮ ਸਟਾਰਟ ਕਰ ਹੀ ਰਿਹਾ ਉਹ ਵੀ ਫਿਲਹਾਲ। ਫਿਰ ਇਹ ਰੇਹੜੀ ਲਗਾਉਣ ਦਾ ਕਿੱਥੋਂ ਬਣਿਆ, ਵੀ ਕਿਉਂ ਲਗਾਉਣੀ ਪਈ? ਐਕਚੁਅਲੀ ਮੇਰੇ ਮੰਮਾ ਜੀ ਅੰਮ੍ਰਿਤਸਰ 'ਚ ਨਿਊਟਰੀ ਕੁਲਚਾ, ਤੇ ਮਤਲਬ ਇੱਕ ਤਰ੍ਹਾਂ ਦੇ ਕਾਫੀ ਟਾਈਮ ਪੁਰਾਣੇ ਹੈਗੇ ਉਹ ਕੰਮ ਉਹਨਾਂ ਦਾ ਇਹੀ ਹੈਗਾ। ਤੇ ਮੈਂ ਜਿੱਦਾਂ ਹੁਣ ਤੁਸੀਂ ਕਹਿ ਲਓ, ਘਰ ਦਾ ਖਰਚਾ ਲੋਕਡਾਊਨ ਤੋਂ ਬਾਅਦ ਬਹੁਤ ਟਾਈਟ ਹੋ ਗਿਆ ਸੀਗਾ ਤੇ ਖਰਚਾ ਨਿਕਲ ਹੀ ਰਿਹਾ ਸੀ, ਕੰਮ ਤਾਂ ਉਦਾਂ ਹੀ ਸੀਗਾ ਹੀ ਕੋਈ ਨਹੀਂ। ਤੇ ਉਸ ਤੋਂ ਬਾਅਦ ਮਾਮਾ ਜੀ ਮੇਰੇ ਕਹਿੰਦੇ ਸੀ ਤੂੰ ਇੱਥੇ ਹੀ ਆ ਜਾ। ਜਿਹੜਾ ਮੈਂ ਕੋਈ ਕੰਮ ਤਾਂ ਮੈਨੂੰ ਸੀਗਾ ਨਹੀਂ, ਕਿਉਂਕਿ ਜੇ ਪ੍ਰੋਫੈਸ਼ਨ ਫੋਲੋ ਕਰਦਾ ਤੇ ਪੈਸੇ ਵੀ ਉਹਦੇ ਵਾਸਤੇ ਚਾਹੀਦੇ ਸੀਗੇ। ਤੇ ਮੈਂ ਇਹੀ ਸੋਚਿਆ ਕਿ ਮੈਂ ਕਿਹਾ ਜੇ ਕਿਸਮਤ 'ਚ ਹੋਊਗਾ ਤਾਂ ਮਿਲ ਜੂਗਾ, ਨਹੀਂ ਹੋਊਗਾ ਤਾਂ ਫਿਰ ਜਿਹੜਾ ਮਨਜ਼ੂਰ ਆ ਉਹੀ ਹੋਣਾ। ਮੈਂ ਪਿੱਛੋਂ ਰਹਿਣ ਵਾਲੇ ਅੰਮ੍ਰਿਤਸਰ? ਹਾਂਜੀ, ਮੇਰੀ ਮੰਮੀ ਅੰਮ੍ਰਿਤਸਰ ਤੋਂ ਹੀ ਬਿਲੋਂਗ ਕਰਦੇ ਆ, ਵੈਸੇ ਅਸੀਂ ਰਹਿਣ ਇੱਥੇ ਲੁਧਿਆਣੇ ਤੋਂ ਹੀ ਹਾਂ। ਲੁਧਿਆਣੇ ਤੁਸੀਂ ਕਿੱਥੇ, ਆਪਣੇ ਮਾਮਾ ਹੀ ਕੋਲ ਰਹਿ ਰਹੇ? ਨਹੀਂ, ਮੈਂ ਆਪਣੀ ਮਦਰ ਦੇ ਕੋਲ ਹੀ ਰਹਿ ਰਿਹਾ ਇੱਥੇ। ਤੁਹਾਡਾ ਅੰਮ੍ਰਿਤਸਰ ਵੀ ਦਾ ਨਿਊਟਰੀ ਕੁਲਚੇ ਦਾ ਕੰਮ ਸੀ? ਨਹੀਂ, ਮੇਰੇ ਮਾਮਾ ਜੀ ਦਾ ਸੀਗਾ, ਉਹਨਾਂ ਕੋਲ ਮੈਂ ਸਿੱਖਿਆ ਵਾ ਕੰਮ, ਤੇ ਉਹਨਾਂ ਨੇ ਮੈਨੂੰ ਸਿਖਾਇਆ, ਆਪਣਾ ਬੇਟਾ ਸਮਝ ਕੇ ਸਿਖਾਇਆ। ਤੇ ਕੋਈ ਮੈਨੂੰ ਇੰਨਾ ਕੁ ਮਹਿਸੂਸ ਨਹੀਂ ਹੋਣ ਦਿੱਤਾ ਕਿ ਮੈਂ ਉਹਨਾਂ ਦੇ ਘਰ 'ਚ ਰਹਿ ਰਿਹਾ, ਆਪ ਦਾ ਸਮਝ ਕੇ ਸਿਖਾਇਆ। ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਸੀਗਾ ਕੀ ਨਹੀਂ, ਪਰ ਉਹਨਾਂ ਨੇ ਮੈਨੂੰ ਇੰਨਾ ਵਧੀਆ ਕੰਮ ਸਿਖਾਤਾ ਕਿ ਮੈਂ ਅੱਜ ਆਪਣਾ ਖਰਚਾ ਤੇ ਆਪਣੇ ਘਰਦਿਆਂ ਦਾ ਖਰਚਾ ਚਲਾ ਰਿਹਾ। ਸਕੂਲ 'ਚ ਸਭ ਦੇ ਆਪਣੇ ਦੋਸਤ ਬਣਦੇ ਹੁੰਦੇ ਨੇ, ਉਹ ਕੁਝ ਹੋਰ ਅੱਜ ਕਰ ਰਹੇ ਹੋਣਗੇ ਆਪਣੇ ਸੁਪਨਿਆਂ ਦੇ ਵੱਲ, ਜਿਹੜੇ ਉਹਨਾਂ ਨੇ ਦੇਖੇ ਹੋਣਗੇ, ਉਹ ਪੜ੍ਹਾਈ ਕਰ ਰਹੇ ਹੋਣਗੇ ਜਾਂ ਕੋਈ ਕੰਮ ਕਰ ਰਹੇ ਹੋਣੇ, ਤੇ ਤੁਹਾਨੂੰ ਇਦਾਂ ਮਜਬੂਰੀ ਦੇ ਵਿੱਚ ਇਦਾਂ ਰੇਹੜੀ ਲਗਾਉਣੀ ਪੈ ਰਹੀ ਹੈ। ਉਹਨਾਂ ਨੂੰ ਦੇਖ ਕੇ ਤੁਹਾਨੂੰ ਹੁੰਦਾ ਨਹੀਂ ਯਾਰ ਮੈਂ ਵੀ ਕੁਝ ਬਣਨਾ ਚਾਹੁੰਦਾ ਸੀਗਾ, ਪਰ ਮੇਰੇ ਹਾਲਾਤ ਮੈਨੂੰ ਇਜਾਜ਼ਤ ਨਹੀਂ ਦੇ ਰਹੇ ਕੰਮ ਕਰਨ ਦੀ? ਭਾਜੀ ਇਦਾਂ ਦੀ ਕੋਈ ਗੱਲ ਨਹੀਂ, ਮੈਂ ਕੰਮ ਤਾਂ ਮੈਂ ਸ਼ੁਰੂ ਤੋਂ ਛੋਟਾ ਕੋਈ ਨਹੀਂ ਸਮਝਿਆ। ਤੇ ਜਦ ਮੈਂ ਰੇਹੜੀ ਲਾਈ ਤਾਂ ਮੈਂ ਇਹ ਨਹੀਂ ਸੋਚਿਆ ਕਿ ਮੈਂ ਇੱਥੇ ਖੜਾ ਯਾਰ ਕੋਈ ਨਹੀਂ, ਕਿਉਂਕਿ ਜਿਹੜਾ ਕੰਮ ਤੁਹਾਡਾ ਮਾੜੇ ਹਾਲਾਤ 'ਚ ਸਾਥ ਦਿੰਦਾ ਵਾ ਨਾ, ਉਹ ਜ਼ਰੂਰੀ ਨਹੀਂ ਕਿ ਤੁਸੀਂ ਅੱਗੇ ਜੇ ਵੱਧ ਜਾਓ ਤਾਂ ਉਹ ਕੰਮ ਨੂੰ ਛੱਡ ਦੇਵੋ। ਨਹੀਂ, ਜੇ ਨੀਂਵ ਤਾਂ ਉਹੀ ਆ ਤੁਹਾਡੀ, ਖੜੇ ਤਾਂ ਉਹਦੇ 'ਤੇ ਹੀ ਹੋ। ਜੋ ਕੰਮ ਤੁਸੀਂ ਪਹਿਲਾਂ ਨਾ ਕਰਦੇ ਤਾਂ ਤੁਸੀਂ ਉੱਥੋਂ ਨਾ ਹੁੰਦੇ ਉੱਥੇ। ਬਸ ਇਹੀ ਆ, ਜੇ ਮੈਂ ਕੰਮ ਕੱਲ ਨੂੰ ਅੱਗੇ ਵਧਾਂਗਾ ਵੀ ਤਾਂ ਮੈਂ ਕੰਮ ਇੱਥੇ ਕਰਾਂਗਾ, ਜ਼ਰੂਰ ਕਰਾਂਗਾ ਤੇ ਕਰਦਾ ਹੀ ਰਵਾਂਗਾ, ਕਿਉਂਕਿ ਹੁਣ ਕੰਮ ਦਿਲ ਦੇ ਕਰੀਬ ਆ ਬੜਾ। ਹੁਣ ਇੰਨਾ ਪਿਆਰ ਮਿਲਦਾ, ਲੋਕਾਂ ਦਾ ਆਉਂਦੇ ਆ ਇੱਥੇ, ਮਤਲਬ ਜੋ ਜਿੱਦਾਂ ਮੇਰਾ ਸਮਾਨ ਖਾਂਦੇ ਆ ਤਾਂ ਮੈਨੂੰ ਖੁਸ਼ੀ ਬੜੀ ਹੁੰਦੀ ਹੈ ਤੇ ਮੈਨੂੰ ਐਪਰੀਸ਼ੀਏਟ ਕਰਕੇ ਜਾਂਦੇ ਆ ਲੋਕੀ। ਤੇ ਬਾਕੀ ਜਾਰੀ ਆ, ਦੇਖਦੇ ਆ ਅੱਗੇ ਕੀ ਬਣਦਾ। ਦੋਸਤਾਂ ਦੇ ਵਿੱਚ ਜਦੋਂ ਆਪਾਂ ਕਿਸੇ ਨੂੰ ਮਿਲਦੇ ਜੁਲਦੇ ਆ, ਕਿਸੇ ਨੂੰ ਕਹਿਣ ਲੱਗਿਆ, ਤੁਹਾਨੂੰ ਸੰਗ ਤਾਂ ਨਹੀਂ ਲੱਗਦੀ ਵੀ ਮੈਂ ਨਿਊਟਰੀ ਕੁਲਚੇ ਦੀ ਰੇਹੜੀ ਲਗਾਉਂ? ਬਿਲਕੁਲ ਨਹੀਂ ਭਾਜੀ। ਮੇਰਾ ਫਰੈਂਡ ਸਰਕਲ ਬੜਾ ਛੋਟਾ ਵਾ, ਮੇਰੇ ਹੱਦ ਤੋਂ 4 ਤੋਂ 5 ਫਰੈਂਡਸ ਨੇ, ਤੇ ਮੇਰੇ ਕੋਲ ਰੈਗੂਲਰ ਆਉਂਦੇ ਰਹਿੰਦੇ ਆ। ਮੇਰੇ ਕੋਲ ਮਤਲਬ 2-3 ਦਿਨ ਬਾਅਦ ਫੋਨ ਵਗੈਰਾ ਵੀ ਕਰ ਲੈਂਦੇ ਆ। ਤੇ ਇੰਨਾ ਮੈਨੂੰ ਕੋਈ ਨਹੀਂ ਹੈਗਾ, ਦੇਖੋ ਕੰਮ ਕਾਰ ਤਾਂ ਸਾਰੇ ਹੀ ਕਰਦੇ ਆ, ਪਰ ਇੰਨਾ ਹੀ ਬਹੁਤ ਅੱਜ ਦੇ ਟਾਈਮ 'ਚ ਕੋਈ ਪੁੱਛ ਰਿਹਾ ਵਾ ਤੇ ਆਉਂਦੇ ਰਹਿੰਦੇ, ਮੈਨੂੰ ਐਪਰੀਸ਼ੀਏਟ ਕਰਦੇ। ਇਦਾਂ ਦੀ ਕੋਈ ਗੱਲ ਨਹੀਂ ਤੂੰ ਰੇਹੜੀ ਲਾ ਰਹੇ ਹੈ ਉਹ ਫਲਾਂ, ਇਦਾਂ ਦਾ ਕੋਈ ਚੱਕਰ ਨਹੀਂਗਾ। ਪਰਿਵਾਰ ਦਾ ਕਿੰਨਾ ਕੁ ਸਾਥ ਮਿਲਦਾ ਨਾ? ਪਰਿਵਾਰ ਦਾ ਜੀ ਮੇਰਾ ਫੁੱਲ ਸਪੋਰਟ ਆ, 100% ਸਪੋਰਟ ਦਿੰਦੇ ਆ ਮੈਨੂੰ ਕਰਦੇ, ਇਦਾਂ ਦੀ ਕੋਈ ਚੱਕਰ ਨਹੀਂ ਆ ਜੀ। ਮੁੰਡਾ ਸਾਡਾ ਇਹ ਕੰਮ ਕਰ ਰਿਹਾ। ਕਿੰਨੀ ਕੁ ਕਮਾਈ ਕਰ ਲੈਂਦੇ ਹੋ? ਮੇਰਾ ਭਾਜੀ ਤੁਸੀਂ ਦੇਖ ਲਓ 1500-2000 'ਚ ਇੱਦਾਂ ਰੋਜ਼ ਡੇਲੀ ਦੀ ਸੇਲ ਹੋ ਜਾਂਦੀ ਆ, ਤੇ ਖਰਚਾ ਖੁਰਚਾ ਕੱਢ ਕੇ 500-600 ਰੁਪਏ ਬਚਦਾ ਸਾਰਾ ਮੈਨੂੰ, ਕਿਉਂਕਿ ਸਾਰਾ ਡਿਸਪੋਜ਼ਲ ਵੀ ਹੁੰਦਾ ਵਾ ਤੇ ਸਮਾਨ ਦਾ ਖਰਚਾ, ਰੇਹੜੀ ਦਾ ਖਰਚਾ,
ਕਮੇਟੀ ਦਾ ਖਰਚਾ, ਜਿਹੜੀ ਇੱਥੇ ਖਾਣ ਦਾ ਖਰਚਾ ਹੋ ਜਾਂਦਾ ਵਾ, ਸਾਰੇ ਖਰਚੇ ਕੱਢ ਕੱਢ ਕੇ ਉਹੀ 500 600 ਰੁਪਏ ਬਚਦਾ ਮੈਨੂੰ ਡੇਲੀ ਦਾ। ਤੇ ਜਿਸ ਤਰ੍ਹਾਂ ਹੁਣ ਤੁਸੀਂ ਇੱਥੇ ਸੜਕ ਤੇ ਰੇੜੀ ਲਗਾਉਂਦੇ ਹੋ, ਕਈ ਵਾਰੀ ਜਿਸ ਤਰ੍ਹਾਂ ਕਾਰਪੋਰੇਸ਼ਨ ਵਾਲੇ ਨੇ ਉਹ ਆ ਕੇ ਫਿਰ ਤੰਗ ਪਰੇਸ਼ਾਨ ਤਾਂ ਨਹੀਂ ਕਰਦੇ? ਹਾਂਜੀ ਭਾਜੀ ਹੁੰਦਾ ਵਾ। ਹੁਣ ਆਂਦੇ ਆ ਤੇ ਦੋ ਕੁ ਦਿਨ ਹੋਇਆ ਮੇਰਾ ਸਿਲੰਡਰ ਇੱਥੇ ਹੀ ਪਿਆ ਹੋਇਆ ਸੀ ਅੰਦਰ, ਕਿਉਂਕਿ ਮੈਂ ਅਫੋਰਡ ਕਰ ਨਹੀਂ ਸਕਦਾ ਸਿਲੰਡਰ ਵੱਡਾ, ਤੇ ਸਿਲੰਡਰ ਇੱਥੇ ਹੀ ਪਿਆ ਹੋਇਆ ਸੀ। ਹੁਣ ਪਤਾ ਨਹੀਂ ਕੀ ਹੋਇਆ ਕੀ ਨਹੀਂ, ਉਹਨੇ ਮੇਰਾ ਸਿਲੰਡਰ ਚੱਕ ਲਿਆ। ਮੇਰਾ ਗ੍ਰਾਹਕੀ ਦਾ ਟਾਈਮ ਸੀਗਾ 2 ਵਜੇ ਦਾ, 2 ਵਜੇ ਤੋਂ 2:30 ਵਜੇ ਦਾ ਟਾਈਮ ਸੀਗਾ। ਮੇਰਾ ਸਿਲੰਡਰ ਚੱਕਿਆ ਗਿਆ ਤੇ ਮੇਰਾ ਸਮਾਨ ਇੱਦਾਂ ਹੀ ਧਰਿਆ ਰਹਿ ਗਿਆ ਸੀ। ਤੇ ਉੱਥੇ ਮੈਨੂੰ ਬੜਾ ਮਹਿਸੂਸ ਹੋਇਆ। ਮੈਂ ਕਿਹਾ ਚਲੋ ਕੋਈ ਨਹੀਂ, ਥੋੜੀ ਤੰਗੀ ਆਊਗੀ, ਪਰ ਹੁਣ ਜੇ ਕੰਮ ਕਰਨਾ ਹੀ ਹੈ ਤਾਂ ਡਟ ਕੇ ਕਰਾਂਗੇ। ਮੈਂ ਫਿਰ ਉਸ ਟਾਈਮ ਸਿਲੰਡਰ ਛੁਡਾਇਆ ਤੇ ਪਰਚੀ ਕਟਾਈ ਆਪਣੀ। ਕਿੰਨੇ ਪੈਸੇ ਲੱਗੇ ਫਿਰ ਸਿਲੰਡਰ ਛੁਡਾਉਣ ਨੂੰ? 3000 ਲਗਭਗ ਮੇਰਾ ਕੰਮ ਲੱਗ ਗਿਆ ਸੀ। 3000 ਸਿਲੰਡਰ ਛੁਡਾਉਣ ਨੂੰ 3000 ਲੱਗੇ? ਨਹੀਂ ਸਿਲੰਡਰ ਨਹੀਂ ਭਾਜੀ, ਪਰਚੀ ਕੱਟੀ ਸੀ ਉਹਨਾਂ ਨੇ ਤੇ ਸਿਲੰਡਰ ਚੜਾਉਣ ਨੂੰ 1600 1700 ਰੁਪਏ ਲੱਗ ਗਏ ਸੀ। ਮਤਲਬ ਟੋਟਲ ਤੁਹਾਡਾ 4500 ਰੁਪਈਆ ਲੱਗ ਗਿਆ ਇੱਕ ਦਿਨ, ਤੇ ਜਿਹੜਾ ਗਾਕੀ ਛੁੱਟੀ ਉਹ ਲੱਗ ਗਿਆ। ਉਹ ਤਾਂ ਭਾਜੀ ਹੈ ਹੀ ਆ, ਹੁਣ ਕੀ ਕਰ ਸਕਦੇ, ਸਿਲੰਡਰ ਨਹੀਂ ਆ ਤਾਂ ਫਿਰ ਗਰਮ ਕਿੱਥੋਂ ਹੋਊਗਾ ਸਮਾਨ, ਬਸ ਇਹ। ਹੋਰ ਕਿੱਦਾਂ ਦੀਆਂ ਔਂਕੜਾਂ ਦੇਖਣ ਨੂੰ ਮਿਲਦੀਆਂ? ਮੁਸ਼ਕਿਲਾਂ ਬਹੁਤ ਆਉਂਦੀਆਂ ਹੋਣਗੀਆਂ। ਬਾਰਿਸ਼ ਆ ਭਾਜੀ, ਹੁਣ ਤੁਸੀਂ ਦੇਖ ਲਓ, ਛੱਤ ਤਾਂ ਹੈ ਨਹੀਂ ਸਿਰ ਤੇ, ਤਰਪਾਲ ਆ, ਕਦੇ ਇੱਥੋਂ ਪਾਣੀ ਚੁੰਦਾ ਕਦੇ ਉੱਥੇ ਪਾਣੀ ਚੁੰਦਾ ਵਾ। ਕਾਲਜ ਰੋਡ ਆ, ਥੋੜੀ ਫਲੈਟ ਬਣੀ ਹੋਈ ਆ, ਤੇ ਜਦੋਂ ਜਿੱਦਾਂ ਮਤਲਬ ਮਾੜਾ ਜਿਹਾ ਵੀ ਮੀਂਹ ਪੈ ਜਾਵੇ ਤੇ ਭਰ ਜਾਂਦਾ, ਇੱਥੇ ਗੋਡੇ ਗੋਡੇ ਤੱਕ ਪਾਣੀ ਆ ਜਾਂਦਾ ਵਾ। ਉਥੋਂ ਵੀ ਕੰਮ ਸਾਨੂੰ ਬੰਦ ਕਰਨਾ ਪੈਂਦਾ ਵਾ। ਬਸ ਇਹ ਸੰਡੇ ਨੂੰ ਆਫ ਕਰਦੇ ਆ, ਕਿਉਂ? ਇਸ ਲਈ ਮੈਂ ਇਕੱਲਾ ਹੈਗਾ, ਮੈਂ ਕੰਮ ਕਰਨ ਵਾਸਤੇ, ਤੇ ਮੈਂ ਥੱਕ ਬੜਾ ਜਾਂਦਾ ਵਾ ਪੂਰੇ ਦਿਨ 'ਚ। ਤਾਂ ਮੈਂ ਹੀ ਸੋਚਦਾ, ਮੈਂ ਕਿਹਾ ਕੰਮ ਕਰ ਰਿਹਾ ਤਾਂ ਇੱਕ ਦਿਨ ਛੁੱਟੀ ਕਰ ਲਾਂਗਾ ਤਾਂ ਮੈਂ ਮੇਰਾ ਘੱਟ। ਆਪਣੇ ਪਰਿਵਾਰ ਨੂੰ ਕਿੱਥੇ ਦੇਖਣਾ ਚਾਹੁੰਦੇ ਹੋ? ਕਿਸ ਮੁਕਾਮ ਤੇ ਦੇਖਣਾ ਚਾਹੁੰਦੇ ਹੋ? ਆਪਣੇ ਆਪ ਨੂੰ ਵੀ ਤੇ ਪਰਿਵਾਰ ਨੂੰ ਵੀ? ਮੈਂ ਭਾਜੀ ਇੰਨਾ ਹੀ ਹੈਗਾ ਮੇਰਾ ਕਿ ਖੁਸ਼ ਰਹਿਣ ਮੇਰੇ ਘਰ ਦੇ। ਇੱਦਾਂ ਦਾ ਕੋਈ ਹੋ ਨਹੀਂ ਹੈਗਾ ਕਿ ਮੈਂ ਇਹ ਗੱਡੀ ਲੈ ਲਾਂ ਉਹ ਗੱਡੀ ਲੈ ਲਾਂ, ਮੇਰਾ ਉਹ ਕੋਈ ਨਹੀਂ ਸੀਗਾ। ਬਸ ਜਿਵੇਂ ਹਰੇਕ ਪੁੱਤ ਦਾ ਸੁਪਨਾ ਹੁੰਦਾ ਕਿ ਮੇਰੀ ਮਾਂ ਨੇ ਜੇ ਮਿਹਨਤ ਕਰਕੇ ਮੈਨੂੰ ਵੱਡਾ ਕੀਤਾ ਤਾਂ ਮੈਂ ਆਪਣੀ ਮਾਂ ਨੂੰ ਇਹ ਸੁੱਖ ਦੇਣਾ। ਮੇਰੀ ਭਾਜੀ ਜ਼ਿੰਦਗੀ 'ਚ ਮੈਂ ਦਿਲੀ ਗੱਲ ਆ ਕਿ ਮੇਰੀ ਜ਼ਿੰਦਗੀ 'ਚ ਇੱਕ ਹੀ ਆ, ਮੇਰੇ ਜ਼ਿੰਦਗੀ 'ਚ ਕਿਸੇ ਚੀਜ਼ ਦੀ ਕਮੀ ਰਵੇ ਨਾ ਰਵੇ, ਮੈਂ ਆਪਣੇ ਘਰਦਿਆਂ ਨੂੰ ਪੈਸੇ ਦੀ ਕਮੀ ਨਹੀਂ ਹੋਣ ਦੇਣੀ ਕਦੇ ਵੀ। ਚਾਹੇ ਕੰਮ ਮੈਂ ਜਿੰਨਾ ਮਰਜ਼ੀ ਕਰਨਾ ਪੈ ਜਾਵੇ ਮੈਨੂੰ, ਮੈਂ ਪੈਸੇ ਦੀ ਕਮੀ ਨਹੀਂ ਹੋਣ ਦੇਣੀ ਬਸ। ਰਿਸ਼ਤੇਦਾਰਾਂ ਦੀ ਗੱਲ ਚੁੱਭੀ ਹੋਵੇ? ਕਿਉਂਕਿ ਰਿਸ਼ਤੇਦਾਰ ਆਮ ਤੌਰ ਤੇ ਕੋਈ ਨਾ ਕੋਈ ਟੌਂਚਬਾਜੀ ਕਰਦੇ ਰਹਿੰਦੇ ਨੇ, ਕਦੀ ਕੋਈ ਚੁੱਭੀ ਹੋਵੇ ਉਦਾਂ ਦੀ ਰਿਸ਼ਤੇਦਾਰ? ਭਾਜੀ ਜਦ ਮੈਂ ਕੰਮ ਨਹੀਂ ਕਰਦਾ ਸੀ ਮੈਨੂੰ ਸਾਰੇ ਹੀ ਬੋਲਦੇ ਸੀ ਕਿ ਤੂੰ ਇੱਦਾਂ ਕਰ, ਬਾਹਰ ਚੱਲ ਜਾ, ਉੱਥੇ ਫਲਸ਼ ਧੋ ਲਈ, ਉਹਦਾ ਕੰਮ ਕਰ ਲਈ। ਤੇ ਉਹ ਵੀ ਗੱਲਾਂ ਚੁੱਭੀਆਂ ਬਹੁਤ, ਪਰ ਮੈਂ ਬੋਲਿਆ ਨਹੀਂ, ਮੈਂ ਜਵਾਬ ਦਿੱਤਾ ਹੀ ਨਹੀਂ ਕਿਸੇ ਗੱਲ ਦਾ, ਕਿਉਂਕਿ ਮੈਨੂੰ ਪਤਾ ਹਲੇ ਮੈਂ ਕਿਸੇ ਜੋਗਾ ਨਹੀਂ। ਜੇ ਮੈਂ ਬੋਲਾਂਗਾ ਮੇਰੀ ਹੋਰ ਬੇਇੱਜ਼ਤੀ ਹੋਣੀ ਆ, ਹੋਰ ਮੈਂ ਡਿਪਰੈਸ ਹੋ ਜਾਵਾਂਗਾ। ਮੈਂ ਬੋਲਿਆ ਨਹੀਂ ਉਸ ਟਾਈਮ। ਤੇ ਕਈਆਂ ਨੇ ਮੈਨੂੰ ਇਹ ਵੀ ਬੋਲਿਆ ਕਿ ਕੀ ਕਹੀਏ, ਹੁਣ ਬੋਲਣਾ ਚਾਹੀਦਾ ਨਹੀਂ, ਬੜਾ ਮਤਲਬ ਬਹੁਤ ਕੁਝ ਬੋਲਿਆ ਮੰਮੀ ਨੂੰ ਵੀ ਤੇ ਮੈਨੂੰ ਵੀ ਬੜਾ। ਮੇਰੇ ਨਾਲ ਤਾਂ ਬੜੀ ਬੁੱਲੀ ਹੋਈ ਆ ਮੇਰੇ ਘਰ ਇੱਥੇ, ਕਿਉਂਕਿ ਸਾਡਾ ਇੱਕ ਜਿੱਦਾਂ ਕਹਿ ਲਓ ਮਹੱਲਾ ਵਾ, ਤੇ ਮੈਨੂੰ ਬੜਾ ਕੁਝ ਕਿਹਾ ਲੋਕਾਂ ਨੇ ਕਿ ਤੂੰ ਕੰਮ ਨਹੀਂ ਕਰ ਸਕਦਾ ਇਹ ਉਹ, ਕਿਉਂਕਿ ਮੇਰੇ ਡੈਡੀ ਵੀ ਥੋੜੇ ਡਰੰਕਰ ਸੀਗੇ। ਤਾਂ ਆਲ ਓਵਰ ਮੇਰੇ ਤੋਂ ਸਾਰਿਆਂ ਨੂੰ ਇਹੀ ਉਮੀਦ ਰੱਖੀ ਸੀ ਕਿ ਇਹਨਾਂ ਦਾ ਮੁੰਡਾ ਵੀ ਨਸ਼ੇੜੀ ਹੀ ਨਿਕਲੂਗਾ। ਉਹ ਵੀ ਡਰੰਕਰ ਸੀ ਤੇ ਇਹ ਵੀ ਉੱਦਾਂ ਦਾ ਹੀ ਨਿਕਲੂਗਾ, ਕਿ ਮੇਰੀ ਆਜੂ ਬਾਜੂ ਸੁਸਾਇਟੀ ਇੱਦਾਂ ਦੀ ਆ ਕਿ ਸਾਰੇ ਪੀਂਦੇ ਖਾਂਦੇ ਵਾਲੇ ਬੰਦੇ ਹੈਗੇ ਆ। ਤੇ ਆਲ ਓਵਰ ਤੁਸੀਂ ਕਹਿ ਲਓ। ਸੋਚਿਆ ਵੀ ਰਿਸ਼ਤੇਦਾਰਾਂ ਨੂੰ ਕਿਸ ਮੁਕਾਮ ਤੇ ਪਹੁੰਚ ਕੇ ਕਦੀ ਨਾ ਕਦੀ ਜਵਾਬ ਜ਼ਰੂਰ ਦੇਣਾ? ਪਰ ਆਪਣੀ ਰੇੜੀ ਲਾਈ ਆ ਨਾ, ਮੇਰੇ ਅੱਧੇ ਤੋਂ ਜ਼ਿਆਦਾ ਬੰਦੇ ਸੋਚਦੇ ਕਿ ਇਹਦਾ ਫਿਊਚਰ ਖਤਮ, ਪਰ ਮੈਂ ਇਹ ਆ ਕਿ ਮੈਂ ਆਪਣਾ ਜਿਹੜਾ ਨੈਕਸਟ ਮੂਵ ਆ ਮੈਂ ਦੱਸਦਾ ਕਿਸੇ ਨੂੰ ਨਹੀਂ। ਜੋ ਮੈਂ ਕਰਨਾ ਉਹ ਮੈਂ ਕਰ ਦੇਣਾ ਵਾ, ਉਸ ਤੋਂ ਬਾਅਦ ਪਤਾ ਲੱਗਦਾ ਕੀ ਹੋ ਗਿਆ। ਜੇ ਹੋ ਗਿਆ ਠੀਕ ਆ। ਰੇੜੀ ਵੀ ਲਾਣੀ ਸੀ, ਮੈਂ ਕਿਸੇ ਨੂੰ ਨਹੀਂ ਦੱਸਿਆ। ਰੇੜੀ ਮੈਂ ਲਾ ਲਈ, ਲੋਕਾਂ ਨੇ ਸੋਚਿਆ ਚਲੋ ਬਾਕੀ ਜਨਤਾ ਵੀ ਰੇੜੀ ਲਾਉਂਦੀ ਰਹਿੰਦੀ ਆ ਇਹ ਉਹ, ਪਰ ਉਹ ਜਦ ਉੱਤੇ ਵਾਲਾ ਦਾ ਸਾਥ ਆ ਫਿਰ ਕਿਸ ਚੀਜ਼ ਦਾ ਡਰ? ਇੱਦਾਂ ਦਾ ਕੋਈ ਡਰ ਨਹੀਂ ਮੈਨੂੰ। ਮੈਂ ਇੱਥੇ ਇਕੱਲਾ ਖੜਾ ਵਾਂ ਤੇ ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈਗਾ। ਜਦ ਮੈਂ ਰੇੜੀ ਮੇਰਾ ਲਾਣਾ ਸੀਗਾ ਤਾਂ ਮੈਂ ਰੇੜੀ ਲਾਈ ਆ, ਠੀਕ ਹੈ। ਮੇਰੀ ਕਿਸਮਤ 'ਚ ਨਹੀਂ ਸੀਗਾ ਕਿ ਮੈਂ ਹਾਲੇ ਕੁਝ ਕਰਾਂ, ਹੋਰ ਕੁਝ ਕਰਨਾ ਸੀ ਤੇ ਇਹੀ ਕੰਮ ਕਰ ਰਿਹਾ ਫਿਲਹਾਲ। ਤੇ ਸੋਚ ਵੀ ਰਿਹਾ ਕਿ ਅੱਗੇ ਕੁਝ ਕਰਾਂ, ਆਪਣਾ ਕੰਮ ਆਨਲਾਈਨ ਵੀ ਸਟਾਰਟ ਕਰਾਂਗਾ ਤੇ ਚਾਰੀ ਆ ਬਾਕੀ ਸਫਰ ਅੱਗੇ ਤੋਂ। ਅਸੀਂ ਵੀ ਉਮੀਦ ਕਰਦੇ ਹਾਂ ਕਿ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ। ਨਿੱਕੀ ਉਮਰ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਇਹ ਤੁਸੀਂ ਮੁੰਡੇ ਦੀ ਕਹਾਣੀ ਸੁਣੀ ਆ, ਜ਼ਰੂਰ ਤੁਹਾਡੀ ਵੀ ਅੱਖਾਂ ਦੇ ਵਿੱਚ ਹੰਝੂ ਜ਼ਰੂਰ ਆ ਜਾਣਗੇ ਇਸ ਲੜਕੇ ਦੀ ਕਹਾਣੀ ਸੁਣ ਕੇ, ਕਿਉਂਕਿ 19 ਸਾਲ ਦੀ ਉਮਰ ਦੇ ਵਿੱਚ ਰੇੜੀ ਲਗਾ ਰਿਹਾ। ਜ਼ਿੰਦਗੀ ਦੇ ਵਿੱਚ ਬਹੁਤ ਕੁਝ ਦੇਖਿਆ। 5 ਮਹੀਨਿਆਂ ਦਾ ਸੀ ਜਦੋਂ ਬਾਪ ਦਾ ਸਾਇਆ ਸਿਰ ਤੋਂ ਉੱਠ ਗਿਆ, ਪਰ ਫਿਰ ਵੀ ਮਾਂ ਨੇ ਮਿਹਨਤ ਕੀਤੀ, ਭੈਣ ਨੇ ਮਿਹਨਤ ਕੀਤੀ, ਪੜ੍ਹਾਈ ਕੀਤੀ, ਹਜੇ ਵੀ ਕਰ ਰਿਹਾ ਤੇ ਰੇੜੀ ਲਗਾਈ ਤਾਂ ਕਿ ਘਰ ਦਾ ਗੁਜ਼ਾਰਾ ਜਿਹੜਾ ਹੋ ਸਕੇ ਤੇ ਆਪਣੇ ਵੀ ਸੁਪਨੇ ਜਿਹੜੇ ਨੇ ਉਹ ਪੂਰੇ ਕਰ ਸਕੇ। ਤਾਂ ਵਧੇਰੇ ਅਪਡੇਟਸ ਸਾਡੇ ਨਾਲ ਜੁੜੇ ਰਹੋ। ਕੈਮਰਾਮੈਨ ਰਣਵੀਰ ਸਿੰਘ ਦੇ ਨਾਲ ਸਨਮਜੀਤ ਸਿੰਘ ਪੱਲਾ, ਲੁਧਿਆਣਾ।